ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੀਰੀ ਫਕੀਰੀ ਨੂਰ ਵਿੱਚ। ਸਾਡੇ ਚੈਨਲ ਨਾਲ ਜੁੜੀਆਂ ਸਾਰੀਆਂ ਰੂਹਾਂ ਨੂੰ ਜੈ ਪੀਰਾਂ ਫਕੀਰਾਂ ਗੁਰੂਆਂ ਦੇਵੀ ਦੇਵਤਿਆਂ ਦੀ ਜੈ ਸੋਹਣੇ ਰੱਬ ਦੀ। ਦੋਸਤੋ, ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਜਦੋਂ ਇਨਸਾਨ ਪੀਰਾਂ ਫਕੀਰਾਂ ਗੁਰੂਆਂ ਦੇਵੀ ਦੇਵਤਿਆਂ ਨੂੰ ਮੰਨਦਾ ਹੈ, ਉਹਨਾਂ ਦੀ ਇਬਾਦਤ ਕਰਦਾ ਹੈ, ਤਾਂ ਸਾਡੇ ਅੰਦਰ ਇੱਕ ਹੰਕਾਰ ਆ ਜਾਂਦਾ ਹੈ, ਸਾਡੇ ਅੰਦਰ ਇੱਕ ਮੈਂ ਜਾਗ ਜਾਂਦੀ ਹੈ। ਸਾਡੇ ਅੰਦਰ ਮੈਂ ਹੰਕਾਰ ਜਾਗ ਜਾਂਦਾ ਹੈ ਕਿ ਅਸੀਂ ਹੀ ਸਰਵਸ਼੍ਰੇਸ਼ਟ ਭਗਤ ਹਾਂ, ਅਸੀਂ ਹੀ ਗੁਰੂ ਪੀਰ ਸੋਹਣੇ ਰੱਬ ਦੇ ਸਰਵਸ਼੍ਰੇਸ਼ਟ ਭਗਤ ਹਾਂ, ਸਾਡੇ ਤੋਂ ਉੱਪਰ ਕੋਈ ਵੀ ਨਹੀਂ ਹੈ। ਇਹ ਭਗਤੀ ਮਾਰਗ 'ਤੇ ਜੋ ਵੀ ਚੱਲਦੇ ਹਨ, ਬਹੁਤ ਲੋਕਾਂ ਦੇ ਵਿੱਚ ਇਹ ਹੰਕਾਰ ਆ ਜਾਂਦਾ ਹੈ ਕਿ ਜਿਸ ਗੁਰੂ ਪੀਰ ਫਕੀਰ ਦੇਵੀ ਦੇਵਤੇ ਨੂੰ ਮੰਨਦਾ ਹੈ, ਉਸ ਦਾ ਸਰਵਸ਼੍ਰੇਸ਼ਟ ਭਗਤ ਮੈਂ ਹੀ ਹਾਂ। ਔਰ ਇਸ ਦੁਨੀਆ 'ਤੇ ਇਸ ਧਰਤੀ 'ਤੇ ਹਰ ਗੁਰੂ ਪੀਰ ਫਕੀਰ ਦੇਵੀ ਦੇਵਤੇ ਜਾਂ ਉਸ ਰੱਬ ਦੀ ਇਬਾਦਤ ਕਰਨ ਵਾਲੇ ਪਰੇ ਤੋਂ ਪਰੇ ਹਨ। ਕੋਈ 1 ਘੰਟਾ ਕਰਦਾ ਹੈ, ਕੋਈ 2 ਘੰਟੇ ਇਬਾਦਤ ਕਰਦਾ ਹੈ, ਕੋਈ 3 ਘੰਟੇ, ਕੋਈ 4 ਘੰਟੇ, ਕੋਈ ਦਿਨ ਰਾਤ ਉਸ ਦੀ ਉਸਤਤ ਵਿੱਚ ਲੱਗਿਆ ਰਹਿੰਦਾ ਹੈ। ਕਿਸੇ ਦੀ ਘੱਟ ਬੰਦਗੀ ਹੈ, ਕਿਸੇ ਦੀ ਵੱਧ ਹੈ, ਕਿਸੇ ਦੀ ਇਬਾਦਤ ਬਹੁਤ ਜ਼ਿਆਦਾ ਹੈ, ਹੱਦੋਂ ਵੱਧ ਹੈ। ਪਰ ਇਸ ਮਾਰਗ 'ਤੇ ਚੱਲਦਿਆਂ, ਭਗਤੀ ਮਾਰਗ 'ਤੇ ਚੱਲਦਿਆਂ ਸਾਡੇ ਅੰਦਰ ਇੱਕ ਹੰਕਾਰ ਜਾਗ ਜਾਂਦਾ ਹੈ ਕਿ ਮੈਂ ਹੀ ਸਰਵਸ਼੍ਰੇਸ਼ਟ ਭਗਤ ਹਾਂ, ਮੈਂ ਹੀ ਉਸ ਗੁਰੂ ਪੀਰ ਫਕੀਰ ਦੇਵੀ ਦੇਵਤੇ ਉਸ ਪ੍ਰਭੂ ਦੀ ਮੈਂ ਹੀ ਜ਼ਿਆਦਾ ਭਗਤੀ ਇਬਾਦਤ ਕਰਦਾ ਹਾਂ, ਮੇਰੇ ਤੋਂ ਉੱਪਰ ਕੌਣ ਹੋ ਸਕਦਾ ਹੈ। ਸੋ ਸਾਨੂੰ ਹੰਕਾਰ ਨਹੀਂ ਕਰਨਾ ਚਾਹੀਦਾ, ਮੈਂ ਨਹੀਂ ਦਿਲ ਵਿੱਚ ਲਿਆਉਣੀ ਚਾਹੀਦੀ। ਸੋ ਇਸ ਚੀਜ਼ ਨੂੰ ਅਸੀਂ ਦੱਸਣ ਲਈ ਭਗਵਾਨ ਕ੍ਰਿਸ਼ਨ ਔਰ ਅਰਜੁਨ, ਉਹਨਾਂ ਦਾ ਇੱਕ ਵਾਕਿਆ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ, ਜਿਸ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਇੱਕ ਵਾਰ ਸ਼੍ਰੀ ਕ੍ਰਿਸ਼ਨ ਭਗਵਾਨ ਅਰਜੁਨ ਨਾਲ ਆਪਣੀਆਂ ਗੱਲਾਂ ਬਾਤਾਂ ਵਿੱਚ ਲੱਗੇ ਹੋਏ ਸਨ। ਗੱਲਾਂ ਵਿੱਚੋਂ ਹੀ ਇੱਕ ਗੱਲ ਨਿਕਲ ਆਈ। ਅਰਜੁਨ ਸ਼੍ਰੀ ਕ੍ਰਿਸ਼ਨ ਭਗਵਾਨ ਨੂੰ ਕਹਿਣ ਲੱਗਾ, ਹੇ ਭਗਵਾਨ, ਤੁਸੀਂ ਇਹ ਦੱਸੋ ਕਿ ਮੇਰੇ ਨਾਲੋਂ ਵੀ ਕੋਈ ਤੁਹਾਡਾ ਵੱਡਾ ਭਗਤ ਹੈ? ਤਾਂ ਸ਼੍ਰੀ ਕ੍ਰਿਸ਼ਨ ਭਗਵਾਨ ਕਹਿਣ ਲੱਗੇ, ਹਾਂ ਅਰਜੁਨ, ਉਸ ਦੀ ਤੁਸੀਂ ਕਥਾ ਸੁਣਨੀ ਹੈ, ਗੱਲ ਸੁਣਨੀ ਹੈ ਜਾਂ ਅੱਖੀਂ ਵੇਖਣਾ ਹੈ? ਅਰਜੁਨ ਨੇ ਕਿਹਾ, ਨਹੀਂ ਭਗਵਾਨ, ਇਸ ਤਰ੍ਹਾਂ ਨਹੀਂ ਹੋ ਸਕਦਾ, ਮੈਂ ਤੁਹਾਡਾ ਸਰਵਸ਼੍ਰੇਸ਼ਟ ਭਗਤ ਹਾਂ। ਤਾਂ ਭਗਵਾਨ ਕ੍ਰਿਸ਼ਨ ਨੇ ਕਿਹਾ, ਚਲੋ ਅਸੀਂ ਤੁਹਾਨੂੰ ਇਹਨਾਂ ਅੱਖਾਂ ਨਾਲ ਹੀ ਵਿਖਾ ਦਿੰਦੇ ਹਾਂ ਕਿ ਤੂੰ ਹੀ ਸਾਡਾ ਸਰਵਸ਼੍ਰੇਸ਼ਟ ਭਗਤ ਹੈ, ਜਾਂ ਤੇਰੇ ਤੋਂ ਵੀ ਉੱਪਰ ਹੈ, ਜਾਂ ਤੇਰੇ ਤੋਂ ਵੀ ਜ਼ਿਆਦਾ ਕੋਈ ਇਬਾਦਤ ਕਰਦਾ ਹੈ, ਸਾਨੂੰ ਯਾਦ ਕਰਦਾ ਹੈ, ਸਾਨੂੰ ਪਿਆਰ ਕਰਦਾ ਹੈ। ਤਾਂ ਅਰਜੁਨ ਦੇ ਦਿਲ ਵਿੱਚ ਇੱਛਾ ਜਾਗੀ। ਉਹਨਾਂ ਨੇ ਕਿਹਾ, ਚਲੋ ਭਗਵਾਨ ਦਿਖਾਓ, ਉਹ ਕੌਣ ਹੈ ਜੋ ਸਾਡੇ ਤੋਂ ਵੀ ਜ਼ਿਆਦਾ ਤੁਹਾਡੀ ਇਬਾਦਤ, ਤੁਹਾਨੂੰ ਪਿਆਰ ਕਰਦਾ ਹੈ? ਅਰਜੁਨ ਕਹਿਣ ਲੱਗਾ, ਮਹਾਰਾਜ, ਦੇਖਣ ਅਤੇ ਸੁਣਨ ਵਿੱਚ ਬਹੁਤ ਫਰਕ ਹੈ, ਤੁਸੀਂ ਦਿਖਾ ਹੀ ਦਿਓ ਤਾਂ ਮੈਨੂੰ ਪੂਰਾ ਯਕੀਨ ਹੋ ਜਾਵੇਗਾ। ਸ਼੍ਰੀ ਕ੍ਰਿਸ਼ਨ ਭਗਵਾਨ ਨੇ ਇੱਕ ਸਾਧੂ ਦਾ ਰੂਪ ਧਾਰਨ ਕਰ ਲਿਆ ਤੇ ਅਰਜੁਨ ਨੂੰ ਸ਼ੇਰ ਬਣਾ ਦਿੱਤਾ। ਤੁਰੇ ਜਾ ਰਹੇ ਹਨ। ਉਹ ਇੱਕ ਰਾਜੇ ਮੋਰਧਵਜ ਦੇ ਦੁਆਰੇ ਆ ਗਏ। ਰਾਜਾ ਮੋਰਧਵਜ, ਜੋ ਕਿ ਭਗਵਾਨ ਕ੍ਰਿਸ਼ਨ ਦਾ ਬਹੁਤ ਵੱਡਾ ਭਗਤ ਸੀ, ਉਸ ਦੇ ਜਦੋਂ ਦੁਆਰੇ ਆ ਗਏ, ਆ ਕੇ ਉਹਨਾਂ ਨੇ ਆਵਾਜ਼ ਲਗਾਈ। ਉਹਨਾਂ ਦੀ ਆਵਾਜ਼ ਸੁਣ ਕੇ ਰਾਜੇ ਨੇ ਆਪਣੇ ਨੌਕਰ ਨੂੰ ਭੇਜਿਆ, ਜਾਂ ਦੇਖ ਕਿਸ ਨੇ ਆਵਾਜ਼ ਲਗਾਈ ਹੈ। ਨੌਕਰ ਨੇ ਆ ਕੇ ਵੇਖਿਆ, ਇੱਕ ਸਾਧੂ ਮਹਾਤਮਾ ਹੈ ਤੇ ਉਹਨਾਂ ਦੇ ਨਾਲ ਇੱਕ ਸ਼ੇਰ ਹੈ। ਆ ਕੇ ਉਸੇ ਤਰ੍ਹਾਂ ਰਾਜੇ ਨੇ ਦੱਸਿਆ, ਮਹਾਰਾਜ, ਇੱਕ ਸਾਧੂ ਹੈ, ਭਿਖਿਆ ਲੈਣ ਵਾਸਤੇ ਆਇਆ ਹੈ। ਰਾਜਾ ਮੋਰਧਵਜ, ਜੋ ਕਿ ਬਹੁਤ ਹੀ ਦਿਆਲੂ ਰਾਜਾ ਸੀ, ਕਿਸੇ ਵੀ ਸਾਧੂ ਨੂੰ ਖਾਲੀ ਨਹੀਂ ਸੀ ਮੋੜਦਾ, ਭਾਵੇਂ ਉਸ ਦੀ ਜਾਨ ਵੀ ਕਿਉਂ ਨਾ ਚਲੀ ਜਾਵੇ। ਰਾਜੇ ਨੇ ਹੁਕਮ ਦਿੱਤਾ, ਜਾਓ, ਉਸ ਨੂੰ ਜੋ ਵੀ ਮੰਗਦਾ ਹੈ ਦੇ ਦਿਓ। ਨੌਕਰ ਆ ਕੇ ਸਾਧੂ ਨੂੰ ਪੁੱਛਣ ਲੱਗੇ, ਮਹਾਤਮਾ ਜੀ, ਤੁਹਾਨੂੰ ਕੀ ਚਾਹੀਦਾ ਹੈ? ਸ਼੍ਰੀ ਕ੍ਰਿਸ਼ਨ ਭਗਵਾਨ ਕਹਿਣ ਲੱਗੇ, ਜਾ ਤੂੰ ਆਪਣੇ ਰਾਜੇ ਨੂੰ ਸਾਡੇ ਕੋਲ ਭੇਜ। ਨੌਕਰ ਵਾਪਸ ਆ ਕੇ ਰਾਜੇ ਨੂੰ ਕਹਿਣ ਲੱਗੇ, ਮਹਾਰਾਜ, ਉਹ ਤਾਂ ਤੁਹਾਨੂੰ ਬੁਲਾ ਰਹੇ ਹਨ।
ਰਾਜਾ ਮੂਰਤਵਾਜ ਆਪ ਉੱਠਿਆ, ਉੱਠ ਕੇ ਆਇਆ ਤੇ ਪ੍ਰਣਾਮ ਕੀਤਾ। ਕਹਿਣ ਲੱਗਾ, ਦੱਸੋ ਜੀ ਮਹਾਰਾਜ, ਮੇਰੇ ਲਈ ਕੀ ਹੁਕਮ ਹੈ। ਸ਼੍ਰੀ ਕ੍ਰਿਸ਼ਨ ਭਗਵਾਨ ਕਹਿਣ ਲੱਗੇ, ਭਾਈ ਅਸੀਂ ਤੇ ਭੋਜਨ ਕਰਨਾ ਹੈ, ਤੂੰ ਸਾਨੂੰ ਕਰਾ ਸਕਦਾ ਹੈ ਤਾਂ ਹਾਂ ਕਰਦੇ, ਨਹੀਂ ਤਾਂ ਅਸੀਂ ਚੱਲਦੇ ਹਾਂ। ਰਾਜੇ ਨੇ ਉੱਤਰ ਦਿੱਤਾ, ਕਿਉਂ ਨਹੀਂ ਮਹਾਰਾਜ, ਸਭ ਕੁਝ ਤੁਹਾਡਾ ਹੀ ਹੈ, ਮੈਂ ਤੁਹਾਡਾ ਸੇਵਾਦਾਰ ਹਾਂ, ਹੁਣੇ ਭੋਜਨ ਤਿਆਰ ਹੋ ਜਾਂਦਾ ਹੈ, ਤੁਸੀਂ ਆਓ ਅੰਦਰ ਆ ਜਾਓ। ਸ਼੍ਰੀ ਕ੍ਰਿਸ਼ਨ ਭਗਵਾਨ ਕਹਿਣ ਲੱਗੇ, ਸਾਡੇ ਸ਼ੇਰ ਨੇ ਵੀ ਭੋਜਨ ਕਰਨਾ ਹੈ ਤੇ ਅਸੀਂ ਭੋਜਨ ਤੇਰੇ ਮਹਿਲਾਂ ਵਿੱਚੋਂ ਨਹੀਂ, ਥੱਲੇ ਬੈਠ ਕੇ ਹੀ ਕਰਾਂਗੇ। ਰਾਜਾ ਮੂਰਤਵਜ ਕਹਿਣ ਲੱਗਾ, ਜਿੱਥੇ ਆਪ ਦੀ ਇੱਛਾ ਹੈ ਬੈਠ ਜਾਓ, ਸ਼ੇਰ ਨੂੰ ਇਸ ਦਰਖਤ ਨਾਲ ਬੰਨ੍ਹ ਦਿੰਦੇ ਹਾਂ। ਰਾਜੇ ਨੇ ਕਿਹਾ, ਦੱਸੋ ਭੋਜਨ ਕੀ ਕੀ ਤਿਆਰ ਕਰਵਾਵਾਂ। ਸ਼੍ਰੀ ਕ੍ਰਿਸ਼ਨ ਭਗਵਾਨ ਕਹਿਣ ਲੱਗੇ, ਸਭ ਤੋਂ ਪਹਿਲਾਂ ਸਾਡੇ ਸ਼ੇਰ ਨੂੰ ਭੋਜਨ ਕਰਵਾਓ, ਅਸੀਂ ਫਿਰ ਕਰਾਂਗੇ। ਰਾਜੇ ਨੇ ਕਿਹਾ, ਇਹ ਤੁਹਾਡਾ ਸ਼ੇਰ ਕੀ ਖਾਵੇਗਾ, ਮੁਰਗੇ ਮੰਗਵਾਵਾਂ ਜਾਂ ਮੀਟ ਜਾਂ ਕੋਈ ਮਾਸ, ਕਿਸੇ ਵੀ ਤਰ੍ਹਾਂ ਦਾ। ਰਾਜੇ ਨੇ ਕਿਹਾ, ਤੁਸੀਂ ਹੁਕਮ ਕਰੋ, ਅਸੀਂ ਉਹ ਖਵਾ ਦਿੰਦੇ ਹਾਂ ਤੁਹਾਡੇ ਸ਼ੇਰ ਨੂੰ। ਸ਼੍ਰੀ ਕ੍ਰਿਸ਼ਨ ਭਗਵਾਨ ਕਹਿਣ ਲੱਗੇ, ਭਾਈ ਇਹ ਚੀਜ਼ਾਂ ਸਾਡੇ ਸ਼ੇਰ ਨਹੀਂ ਖਾਵੇਗਾ, ਇਹ ਤਾਂ ਇੱਕੋ ਇੱਕ ਪੁੱਤਰ ਦਾ ਮਾਸ ਖਾਵੇਗਾ, ਜਿਹੜਾ ਤੇਰਾ ਇਕਲੌਤਾ ਪੁੱਤਰ ਹੈ। ਜੇ ਤੈਨੂੰ ਮਨਜ਼ੂਰ ਹੈ ਤਾਂ ਦੱਸ ਦੇ, ਨਹੀਂ ਤਾਂ ਅਸੀਂ ਚੱਲਦੇ ਹਾਂ। ਇੰਨੀ ਗੱਲ ਸੁਣ ਕੇ ਰਾਜੇ ਨੇ ਕਿਹਾ, ਭਗਵਾਨ ਇਹ ਮੈਂ ਰਾਣੀ ਤੋਂ ਪੁੱਛੇ ਬਗੈਰ ਕਿਸ ਤਰ੍ਹਾਂ ਕਰ ਸਕਦਾ ਹਾਂ, ਜੇ ਤੁਸੀਂ ਹੁਕਮ ਦੇਵੋ ਤਾਂ ਮੈਂ ਰਾਣੀ ਕੋਲੋਂ ਪੁੱਛ ਆਵਾਂ। ਸ਼੍ਰੀ ਕ੍ਰਿਸ਼ਨ ਭਗਵਾਨ ਕਹਿਣ ਲੱਗੇ, ਜਾ ਪੁੱਛ ਆ। ਰਾਜਾ ਘਰ ਆਇਆ ਤੇ ਕਹਿਣ ਲੱਗਾ, ਹੇ ਰਾਣੀ, ਸਾਡੇ ਬਾਗ ਵਿੱਚ ਇੱਕ ਸਾਧੂ ਆਇਆ ਹੈ, ਉਸ ਕੋਲ ਇੱਕ ਸ਼ੇਰ ਵੀ ਹੈ ਤੇ ਉਹਨਾਂ ਨੇ ਸਵਾਲ ਪਾਇਆ ਹੈ ਕਿ ਇੱਕ ਸ਼ੇਰ ਸਾਡੇ ਪੁੱਤਰ ਦਾ ਮਾਸ ਖਾਵੇਗਾ। ਮੈਂ ਤਾਂ ਉਹਨਾਂ ਨੂੰ ਕਿਹਾ ਸੀ ਕਿ ਕੋਈ ਕੈਦੀ ਕਢਵਾ ਦਿੰਦੇ ਹਾਂ, ਪਰ ਉਹ ਨਹੀਂ ਮੰਨਦੇ। ਰਾਣੀ ਨੇ ਕਿਹਾ, ਕੋਈ ਗੱਲ ਨਹੀਂ, ਜੇ ਉਹਨਾਂ ਦੀ ਇੱਛਾ ਹੈ ਤਾਂ ਅਸੀਂ ਪੂਰੀ ਜ਼ਰੂਰ ਕਰਾਂਗੇ। ਤਾਂ ਰਾਜੇ ਨੇ ਕਿਹਾ, ਜੇ ਰਾਣੀ ਸਾਡਾ ਪੁੱਤਰ ਇਨਕਾਰ ਕਰ ਦੇਵੇਗਾ ਤਾਂ ਫਿਰ। ਰਾਣੀ ਨੇ ਉੱਤਰ ਦਿੱਤਾ, ਹੇ ਸੁਆਮੀ, ਮੇਰਾ ਪੁੱਤਰ ਕੋਈ ਇਹੋ ਜਿਹਾ ਨਹੀਂ ਹੈ, ਉਹ ਹੱਸ ਕੇ ਸ਼ੇਰ ਅੱਗੇ ਪੈਣ ਲਈ ਤਿਆਰ ਹੋ ਜਾਵੇਗਾ। ਰਾਜਾ ਇੰਨੀ ਗੱਲ ਸੁਣ ਕੇ ਸਾਧੂ ਕੋਲ ਆ ਗਿਆ, ਕਹਿਣ ਲੱਗਾ, ਠੀਕ ਹੈ ਮਹਾਰਾਜ, ਮੈਂ ਆਪਣੇ ਪੁੱਤਰ ਨੂੰ ਹੁਣੇ ਬੁਲਾ ਲੈਂਦਾ ਹਾਂ। ਜਦੋਂ ਪੁੱਤਰ ਨੂੰ ਕੋਲ ਬੁਲਾਇਆ, ਪੁੱਤਰ ਦਾ ਨਾਮ ਜੋ ਕਿ ਰਤਨ ਸੀ, ਰਤਨ ਨੂੰ ਕੋਲ ਬੁਲਾਇਆ। ਰਾਜੇ ਨੇ ਕਿਹਾ, ਪੁੱਤਰ, ਸਾਡੇ ਬਾਗ ਵਿੱਚ ਇੱਕ ਸਾਧੂ ਆਇਆ ਹੈ, ਉਸ ਕੋਲ ਇੱਕ ਸ਼ੇਰ ਹੈ, ਉਹ ਸ਼ੇਰ ਤੇਰਾ ਮਾਸ ਖਾਣਾ ਚਾਹੁੰਦਾ ਹੈ। ਰਤਨ ਕਹਿਣ ਲੱਗਾ, ਪਿਤਾ ਜੀ, ਇਹ ਮੇਰੀ ਖੁਸ਼ਨਸੀਬੀ ਹੈ, ਹੋਰ ਕਿਹੜੀ ਹੋ ਸਕਦੀ ਹੈ ਇਸ ਤੋਂ ਵੱਡੀ ਖੁਸ਼ਨਸੀਬੀ। ਚਲੋ ਮੈਨੂੰ ਤੁਸੀਂ ਸ਼ੇਰ ਕੋਲ ਲੈ ਜਾਓ। ਰਾਜਾ ਆਪਣੇ ਪੁੱਤਰ ਨੂੰ ਨਾਲ ਲੈ ਕੇ ਸਾਧੂ ਕੋਲ ਆ ਜਾਂਦਾ ਹੈ। ਰਤਨ ਸਾਧੂ ਦੇ ਚਰਨਾਂ 'ਚ ਨਮਸਕਾਰ ਕਰਦਾ ਹੈ। ਸ਼੍ਰੀ ਕ੍ਰਿਸ਼ਨ ਭਗਵਾਨ ਉਸ ਨੂੰ ਆਸ਼ੀਰਵਾਦ ਦਿੰਦੇ ਹਨ। ਸ਼੍ਰੀ ਕ੍ਰਿਸ਼ਨ ਭਗਵਾਨ ਕਹਿਣ ਲੱਗੇ, ਭਾਈ ਇਸ ਤਰ੍ਹਾਂ ਮੇਰੇ ਸ਼ੇਰ ਨੇ ਤੇਰਾ ਪੁੱਤਰ ਨਹੀਂ ਖਾਣਾ, ਤੁਸੀਂ ਇੱਕ ਕਾਰਾ ਮੰਗਵਾਓ, ਇਸ ਨੂੰ 2 ਹਿੱਸੇ ਕਰ ਦਿਓ, ਇਸ ਦਾ ਸੱਜਾ ਅੰਗ ਹੀ ਸਾਡਾ ਸ਼ੇਰ ਖਾਏਗਾ ਤੇ ਖੱਬੇ ਅੰਗ ਕੁੱਤਿਆਂ ਨੂੰ ਪਾ ਦੇਣਾ। ਇੱਕ ਸ਼ਰਤ ਹੈ, ਜੇ ਤੁਹਾਡਾ ਪੁੱਤਰ ਅੱਖਾਂ ਵਿੱਚੋਂ ਹੰਝੂ ਵਗਾਏਗਾ ਤਾਂ ਮੇਰਾ ਸ਼ੇਰ ਇਹ ਮਾਸ ਨਹੀਂ ਖਾਏਗਾ। ਰਾਜੇ ਨੇ ਕਿਹਾ, ਨਹੀਂ ਮਹਾਰਾਜ, ਇਹ ਕਿਸ ਤਰ੍ਹਾਂ ਹੋ ਸਕਦਾ ਹੈ। ਉਹਨਾਂ ਨੇ ਇੱਕ ਆਰਾ ਮੰਗਵਾਇਆ ਤੇ ਰਾਜਾ ਨੌਕਰਾਂ ਨੂੰ ਕਹਿਣ ਲੱਗਾ, ਇਸ ਨੂੰ ਚੀਰ ਦਿਓ। ਸ਼੍ਰੀ ਕ੍ਰਿਸ਼ਨ ਭਗਵਾਨ ਕਹਿਣ ਲੱਗੇ, ਨਹੀਂ ਭਾਈ, ਇਸ ਤਰ੍ਹਾਂ ਨਹੀਂ, ਇੱਕ ਪਾਸੇ ਰਾਜਾ ਤੂੰ ਫੜ ਤੇ ਦੂਜੇ ਪਾਸੇ ਰਾਣੀ ਫੜੇ, ਫਿਰ ਚੀਰੋ। ਰਾਜੇ ਨੇ ਰਾਣੀ ਨੂੰ ਪਹਿਲਾਂ ਕਿਹਾ ਤੇ ਉਸ ਨੂੰ ਬੁਲਾ ਲਿਆ ਤੇ ਪਹਿਲਾਂ ਸਭ ਸਮਝਾਇਆ ਕਿ ਇਸ ਤਰ੍ਹਾਂ ਸਾਧੂ ਨੇ ਭੋਜਨ ਕਰਨਾ ਹੈ, ਨਹੀਂ ਤਾਂ ਸਾਧੂ ਨਿਰਾਸ਼ ਹੋ ਜਾਣਗੇ। ਦੋਵੇਂ ਹੀ ਬੱਚੇ ਨੂੰ ਚੀਰਨ ਲੱਗ ਪਏ। ਆਰਾ ਛਾਤੀ ਤੇ ਆ ਗਿਆ ਤੇ ਬੱਚੇ ਦੇ ਖੱਬੀ ਅੱਖ ਵਿੱਚੋਂ ਹੰਝੂ ਡਿੱਗ ਪਏ। ਸ਼੍ਰੀ ਕ੍ਰਿਸ਼ਨ ਭਗਵਾਨ ਕਹਿਣ ਲੱਗੇ, ਬਸ ਕਰੋ ਭਾਈ, ਬੱਚਾ ਅੱਖਾਂ 'ਚੋਂ ਹੰਝੂ ਵਗਾ ਰਿਹਾ ਹੈ। ਰਾਜੇ ਨੇ ਕਿਹਾ, ਨਹੀਂ ਮਹਾਰਾਜ, ਉਹ ਇਸ ਲਈ ਸੱਜਾ ਅੰਗ ਤੇ ਤੁਹਾਡਾ ਸ਼ੇਰ ਖਾਏਗਾ, ਖੱਬਾ ਅੰਗ ਕਾਵਾਂ ਕੁੱਤੇ ਖਾਣਗੇ, ਇਸ ਲਈ ਉਸ ਅੰਗ ਨੇ ਕਿਹੜਾ ਮਾੜਾ ਕੰਮ ਕੀਤਾ ਹੈ ਜੋ ਕੁੱਤੇ ਖਾਣਗੇ, ਇਸ ਲਈ ਉਹ ਹੰਝੂ ਵਗਾ ਰਿਹਾ। ਸ਼੍ਰੀ ਕ੍ਰਿਸ਼ਨ ਭਗਵਾਨ ਕਹਿਣ ਲੱਗੇ, ਠੀਕ ਹੈ। ਉਹਨਾਂ ਨੇ ਬੱਚੇ ਨੂੰ ਚੀਰ ਕੇ ਸੱਜਾ ਪਾਸਾ ਸ਼ੇਰ ਅੱਗੇ ਪਾ ਦਿੱਤਾ। ਸ਼ੇਰ ਨੇ ਭੋਜਨ ਕਰ ਲਿਆ। ਸਾਧੂ ਮਹਾਤਮਾ ਵੀ ਕਹਿਣ ਲੱਗੇ, ਸਾਡਾ ਭੋਜਨ ਵੀ ਤਿਆਰ ਹੋਏਗਾ, ਲੈ ਆਓ। ਇੱਥੇ ਹੀ ਰਾਜੇ ਨੇ ਕਿਹਾ, ਨਹੀਂ ਮਹਾਰਾਜ, ਉੱਥੇ ਤੁਸੀਂ ਮਹਿਲਾਂ ਵਿੱਚੋਂ ਚਲੋ, ਉੱਥੇ ਜਾ ਕੇ ਭੋਜਨ ਕਰੋ, ਮਹਿਲ ਵਿੱਚ ਭੋਜਨ ਕਰਦੇ ਹਾਂ। ਸ਼੍ਰੀ ਕ੍ਰਿਸ਼ਨ ਭਗਵਾਨ ਜੀ ਰਾਜੇ ਨਾਲ ਮਹਿਲਾਂ ਵਿੱਚ ਚਲੇ ਜਾਂਦੇ ਹਨ।
ਭੋਜਨ ਦੀਆਂ 3 ਥਾਲੀਆਂ ਲਾ ਦਿੱਤੀਆਂ ਜਾਂਦੀਆਂ ਹਨ। ਰਾਜਾ ਰਾਣੀ ਤੇ ਸਾਧੂ ਬੈਠ ਗਏ। ਸ਼੍ਰੀ ਕ੍ਰਿਸ਼ਨ ਭਗਵਾਨ ਕਹਿਣ ਲੱਗੇ, ਭਾਈ ਇੱਕ ਥਾਲੀ ਹੋਰ ਲਿਆਓ। ਰਾਜੇ ਨੇ ਕਿਹਾ, ਮਹਾਰਾਜ ਉਹ ਕਿਸ ਲਈ? ਭਗਵਾਨ ਕ੍ਰਿਸ਼ਨ ਕਹਿਣ ਲੱਗੇ, ਰਤਨ ਕੁਮਾਰ ਲਈ, ਤੁਹਾਡੇ ਪੁੱਤਰ ਲਈ। ਰਾਜੇ ਨੇ ਕਿਹਾ, ਮਹਾਰਾਜ ਉਹ ਤੇ ਅਸੀਂ ਆਪ ਆਪਣੇ ਹੱਥੀਂ ਕੱਟ ਕੇ ਸ਼ੇਰ ਅੱਗੇ ਪਾ ਕੇ ਆਏ ਹਾਂ, ਉਹ ਕਿੱਥੋਂ ਆਏਗਾ? ਸ਼੍ਰੀ ਕ੍ਰਿਸ਼ਨ ਭਗਵਾਨ ਕਹਿਣ ਲੱਗੇ, ਤੁਸੀਂ ਥਾਲੀ ਲਗਾ ਦਿਓ, ਭੋਜਨ ਲਗਾ ਦਿਓ। ਰਾਜਾ ਥਾਲੀ ਲੈ ਕੇ ਆਇਆ ਤੇ ਭੋਜਨ ਲਗਾ ਦਿੱਤਾ। ਸ਼੍ਰੀ ਕ੍ਰਿਸ਼ਨ ਭਗਵਾਨ ਕਹਿਣ ਲੱਗੇ, ਜਿਸ ਤਰ੍ਹਾਂ ਤੂੰ ਆਪਣੇ ਪੁੱਤਰ ਨੂੰ ਆਵਾਜ਼ ਮਾਰਦਾ ਹੈ, ਉਸੇ ਤਰ੍ਹਾਂ ਆਵਾਜ਼ ਮਾਰ, ਫਿਰ ਅਸੀਂ ਬੈਠ ਕੇ ਭੋਜਨ ਕਰਾਂਗੇ। ਰਾਜੇ ਨੇ ਆਪਣੇ ਪੁੱਤਰ ਨੂੰ ਰਤਨ ਕੁਮਾਰ ਕਰਕੇ 3 ਵਾਰੀ ਆਵਾਜ਼ ਮਾਰੀ। ਕੋਠੇ ਤੋਂ ਆਵਾਜ਼ ਆਈ, ਆਇਆ ਪਿਤਾ ਜੀ। ਸਾਰਿਆਂ ਇਕੱਲੇ ਬੈਠ ਕੇ ਭੋਜਨ ਕੀਤਾ ਤਾਂ ਉਸ ਦਾ ਜੋ ਪਿਤਾ ਸੀ ਹੈਰਾਨ ਹੋ ਗਿਆ। ਤਾਂ ਕ੍ਰਿਸ਼ਨ ਭਗਵਾਨ ਨੇ ਉਹਨਾਂ ਨੂੰ ਆਪਣੇ ਅਸਲੀ ਰੂਪ ਵਿੱਚ, ਰਾਜੇ ਮੁਰਦਵਾਜ ਤੇ ਰਾਣੀ ਨੂੰ, ਰਤਨ ਕੁਮਾਰ ਨੂੰ ਆਪਣੇ ਅਸਲੀ ਰੂਪ ਵਿੱਚ ਦਰਸ਼ਨ ਦਿੱਤੇ ਔਰ ਉਹਨਾਂ ਨੂੰ ਦੱਸਿਆ ਕਿ ਅੱਜ ਤੁਹਾਡੀ ਬਹੁਤ ਸਮੇਂ ਤੋਂ ਭਗਤੀ ਚੱਲ ਰਹੀ ਸੀ, ਅੱਜ ਉਸ ਦੀ ਪ੍ਰੀਖਿਆ ਦਾ ਵਕਤ ਸੀ ਤੇ ਕਿਸੇ ਨੂੰ ਕੁਝ ਸਮਝਾਉਣਾ ਸੀ। ਤੇ ਰਾਜੇ ਮੁਰਦਵਾਜ ਨੂੰ ਕਿਹਾ ਕਿ ਤੁਸੀਂ ਮੇਰੇ ਸੱਚੇ ਭਗਤ ਹੋ, ਤੁਹਾਡੀ ਭਗਤੀ ਕਬੂਲ ਹੈ। ਫਿਰ ਜਾਣ ਲੱਗੇ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਨੇ ਆਪਣੇ ਜਦੋਂ ਅਸਲੀ ਰੂਪ ਵਿੱਚ ਰਾਜੇ ਮੁਰਦਵਾਜ ਨੂੰ ਦਰਸ਼ਨ ਦਿੱਤੇ ਤੇ ਅਰਜਨ ਨੂੰ ਕਿਹਾ, ਕਿਉਂ ਅਰਜਨ, ਤੇਰੇ ਤੋਂ ਵੀ ਵੱਡਾ ਭਗਤ ਹੈ ਸਾਡਾ। ਤੈਨੂੰ ਹੰਕਾਰ ਸੀ ਕਿ ਮੈਂ ਹੀ ਤੇਰਾ ਵੱਡਾ ਭਗਤ ਹਾਂ, ਪਰ ਇੱਥੇ ਪਰੇ ਤੋਂ ਪਰੇ ਬੈਠੇ ਹਨ ਜਿਨ੍ਹਾਂ ਵਿੱਚ ਭਗਤੀ ਭਾਵ ਹੈ। ਤਾਂ ਅਰਜੁਨ ਨੇ ਭਗਵਾਨ ਕ੍ਰਿਸ਼ਨ ਦੇ ਚਰਨੀ ਮੱਥਾ ਟੇਕਿਆ ਤੇ ਕਿਹਾ, ਧੰਨ ਹੋ ਮਹਾਰਾਜ, ਇਸ ਦੁਨੀਆ ਦੇ ਵਿੱਚ ਪਰੇ ਤੋਂ ਪਰੇ ਭਗਤ ਹਨ, ਮੁਰੀਦ ਹਨ। ਇਸ ਲਈ ਦੋਸਤੋ, ਸਾਨੂੰ ਕਦੇ ਵੀ ਜਿਸ ਵੀ ਗੁਰੂ, ਪੀਰ, ਫਕੀਰ, ਦੇਵੀ ਦੇਵਤੇ ਨੂੰ ਅਸੀਂ ਮੰਨਦੇ ਹਾਂ, ਸਾਨੂੰ ਹੰਕਾਰ ਨਹੀਂ ਕਰਨਾ ਚਾਹੀਦਾ। ਪਰੇ ਤੋਂ ਪਰੇ ਬੰਦਗੀ ਇਬਾਦਤਾਂ ਵਾਲੇ ਬੈਠੇ ਹਨ। ਸੋ ਦੋਸਤੋ, ਇਸ ਵੀਡੀਓ ਵਿੱਚੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਇਸ ਵਾਕਿਆ, ਇਸ ਕੋਲ ਵਿੱਚੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਸੋ ਸਾਨੂੰ ਨੀਵੇਂ ਚੱਲ ਕੇ ਜਾਣਾ ਚਾਹੀਦਾ ਹੈ, ਉਸ ਮਾਲਕ ਤੱਕ ਨੀਵੇਂ ਚੱਲਣਾ ਚਾਹੀਦਾ ਹੈ। ਸਾਨੂੰ ਆਪਣੀ ਮੈਂ ਨੂੰ ਕੁੱਟ-ਕੁੱਟ ਕੇ ਮਾਰ ਦੇਣਾ ਚਾਹੀਦਾ ਹੈ। ਫਿਰ ਹੀ ਗੁਰੂ, ਪੀਰ, ਫਕੀਰ, ਦੇਵੀ ਦੇਵਤੇ ਦੀ ਸਾਡੇ 'ਤੇ ਕਿਰਪਾ ਹੁੰਦੀ ਹੈ। ਸੋ ਦੋਸਤੋ, ਮਿਲਦੇ ਹਾਂ ਅਸੀਂ ਅਗਲੀ ਵੀਡੀਓ ਦੇ ਵਿੱਚ। ਤਦ ਤੱਕ ਸਾਰਿਆਂ ਨੂੰ ਜੈ ਪੀਰਾਂ ਫਕੀਰਾਂ, ਗੁਰੂਆਂ, ਦੇਵੀ ਦੇਵਤਿਆਂ ਦੀ ਜੈ, ਸੋਹਣੇ ਰੱਬ ਦੀ ਸਲਾਮ ਸਾਰਿਆਂ ਨੂੰ।